ਸੌਣ ਭਾਦਰੋਂ ਤੋਂ ਪਹਿਲਾਂ ਹੋਣ ਵਾਲੀਆਂ ਬਾਰਿਸ਼ਾਂ ਹੜ੍ਹ ਨੇ ਪਾਕਿਸਤਾਨ ਦੇ ਵਿੱਚ ਤਬਾਹੀ ਮਚਾਤੀ। 111 ਜਾਨਾਂ ਦੇ ਨੁਕਸਾਨ ਦੀ ਸਰਕਾਰੀ ਤਸਦੀਕ। 5 ਅਗਸਤ ਤੋਂ ਮੇਰੇ ਹਾਮੀ ਸੜਕਾਂ ਤੇ ਆ ਕੇ ਹੁਕਮਰਾਨਾਂ ਦੇ ਖਿਲਾਫ ਇhtਜਾਜ ਕਰਨ ਇਮਰਾਨ ਖਾਨ ਨੇ ਜੇਲ੍ਹ ਚੋਂ ਕਾਲ ਦੇ ਦਿੱਤੀ। ਫਰੰਟੀਅਰ ਕਾਂਸਟੇਬਲਰੀ ਨੂੰ ਹੁਣ ਫੈਡਰਲ ਕਾਂਸਟੇਬਲਰੀ ਬਣਾ ਦਿੱਤਾ ਗਿਆ। ਪਾਕਿਸਤਾਨੀ ਪ੍ਰੈਜ਼ੀਡੈਂਟ ਵੱਲੋਂ ਦਸਤਖਤ ਕਰ ਦਿੱਤੇ ਗਏ। ਜੇ ਕੋਈ ਅਤਗਰਦ ਲੁਟੇਰਿਆਂ ਔਰ ਲੜਾਕੂਆਂ ਦੇ ਨਾਲ ਤਸਵੀਰਾਂ ਬਣਾ ਕੇ ਜਾਂ ਵੀਡੀਓ ਬਣਾ ਕੇ ਅਪਲੋਡ ਕਰੇਗਾ ਤੇ ਉਹਨੂੰ ਵੀ ਉਹਦਾ ਹਾਮੀ ਸਮਝਾਂਗੇ। ਬਲੋਚਿਸਤਾਨ ਸਰਕਾਰ ਦਾ ਐਲਾਨ ਤੇ ਮੁਲਕ ਭਰ ਦੇ ਵਿੱਚ ਖੰਡ ਦੇ ਮੁੱਲ ਨੇ 2 ਸੈਂਚਰੀਆਂ ਪੂਰੀਆਂ ਕਰ ਲਈਆਂ। ਸਰਕਾਰ ਤੇ ਖੰਡ ਮਿੱਲਾਂ ਵਿਚਕਾਰ ਸਮਝੌਤਾ ਤੈਅ ਹੋ ਗਿਆ। ਇਹ ਪੰਜਾਬੀ ਰੇਡੀਓ USA ਹੈ। ਇਹ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਮੈਂ ਹਾਂ ਮਸੂਦ ਮੱਲੀ ਔਰ ਆ ਗਿਆ ਹਾਂ ਆਪ ਸਭ ਦੇ ਰੂਬਰੂ ਅਪਡੇਟ ਪਾਕਿਸਤਾਨ ਲੈ ਕੇ। ਅਪਡੇਟ ਪਾਕਿਸਤਾਨ 'ਚ ਅਸੀਂ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਆਪ ਸਭ ਦੇ ਰੂਬਰੂ ਪੇਸ਼ ਕਰਨੇ ਆ। ਇਹ ਖਬਰਾਂ ਅਸੀਂ ਮੰਡੇ ਟੂ ਫਰਾਈਡੇ ਹਫਤੇ 'ਚ 5 ਦਿਨ ਤੁਹਾਡੇ ਵਾਸਤੇ ਪੇਸ਼ ਕਰਨੇ ਆ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਨਾਲ ਤੁਸੀਂ ਇਹਨਾਂ ਖਬਰਾਂ ਨੂੰ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਵੀ ਸੁਣ ਸਕਦੇ ਹੋ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਅੱਜ ਦੀਆਂ ਖਬਰਾਂ ਦੇ ਇਸ ਬੁਲਟਨ ਨਾਲ ਚੱਲਨੇ ਹਾਂ। ਪਾਕਿਸਤਾਨ ਦੀ ਨੈਸ਼ਨਲ ਮੈਨੇਜਮੈਂਟ ਡਿਜ਼ਾਸਟਰ ਅਥਾਰਟੀ ਨੇ ਐਲਾਨ ਕੀਤਾ ਹੈ ਕਿ ਇਸ ਵੇਲੇ ਮੁਲਕ ਦੇ ਵਿੱਚ ਚੱਲ ਰਹੀਆਂ ਬਾਰਿਸ਼ਾਂ ਇਸ ਮੀਂਹ ਕਣੀ ਦੇ ਨਾਲ ਆਉਣ ਵਾਲੇ ਹੜ੍ਹ ਦੇ ਵਿੱਚ 111 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚ ਦੱਸਿਆ ਗਿਆ ਹੈ ਕਿ 53 ਬੱਚੇ ਵੀ ਨੇ। ਇਹਨਾਂ ਬੱਚਿਆਂ ਤੋਂ ਅੱਡ ਹੋਣ ਵਾਲੀਆਂ ਇਹ ਹਲਾਕਤਾਂ ਨੇ ਜਿਹੜੀਆਂ ਦੱਸਿਆ ਗਿਆ ਹੈ ਕਿ ਸਭ ਤੋਂ ਬਹੁਤੀਆਂ ਹਲਾਕਤਾਂ ਲਹਿੰਦੇ ਪੰਜਾਬ 'ਚ ਹੋਈਆਂ ਨੇ। ਹੋਣ ਵਾਲੀਆਂ ਕੁੱਲ 111 ਹਲਾਕਤਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਬਾਰਿਸ਼ ਮੀਂਹ ਕਣੀ ਤੋਂ ਬਾਅਦ ਸਭ ਤੋਂ ਬਹੁਤੇ ਲੋਕ ਬਿਜਲੀ ਲੱਗਣ ਦੇ ਨਾਲ ਮੋਏ। ਇਸ ਤੋਂ ਬਾਅਦ ਦੂਸਰੇ ਨੰਬਰ ਦੇ ਉੱਤੇ ਉਹ ਲੋਕ ਨੇ ਜਿਹੜੇ ਹੜ੍ਹ ਦੇ ਵਿੱਚ ਰੁੜ ਗਏ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਬਾਰਿਸ਼ ਦੇ ਨਾਲ ਲੈਂਡ ਸਲਾਈਡਿੰਗ ਔਰ ਦਰਿਆਵਾਂ ਦੇ ਵਿੱਚ ਮਕਾਨ ਰੁੜਨ ਸਮੇਤ ਇਸ ਤੋਂ ਅੱਡ ਜਿਹੜਾ ਮਾਲੀ ਨੁਕਸਾਨ ਹੈ ਉਹਦਾ ਹਜੇ ਕੋਈ ਸ਼ੁਮਾਰਾ ਨਹੀਂ ਦੱਸਿਆ ਗਿਆ। ਜਦਕਿ ਡੰਗਰਾਂ ਦੇ ਰੁੜਨ ਸਮੇਤ ਇਸ ਵੇਲੇ ਮੁਲਕ ਭਰ ਦੇ ਵਿੱਚ ਬਾਰਿਸ਼ਾਂ ਨੇ ਤਬਾਹੀ ਮਚਾਈ ਹੋਈ ਹੈ। ਸੜਕਾਂ ਦੇ ਉੱਤੇ ਪਾਣੀ ਖਲੋਤਾ ਹੋਇਆ ਹੈ, ਜਦਕਿ ਇਹ ਸੀਵਰੇਜ ਦੇ ਸਿਸਟਮ ਨੇ ਜਿਹੜੇ ਉਹ ਬਿਲਕੁਲ ਬੇਕਾਰ ਹੋ ਗਏ ਨੇ। ਪਾਕਿਸਤਾਨ ਦੇ ਵਿੱਚ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਇਸ ਐਲਾਨ ਤੋਂ ਬਾਅਦ ਇਹ ਵੀ ਪੋਲ ਖੁੱਲੇ ਨੇ ਕਿ ਇਸ ਵੇਲੇ ਵੀ ਇਹ ਹਲਾਕਤਾਂ ਉਹ ਨੇ ਜਿਹੜੀਆਂ 14 ਜੁਲਾਈ ਤੱਕ ਰਿਪੋਰਟ ਕੀਤੀਆਂ ਗਈਆਂ ਨੇ। ਅੱਗੇ ਹੋਣ ਵਾਲੀਆਂ ਇਹ ਬਾਰਿਸ਼ਾਂ ਹੋਰ ਕਿੰਨਾ ਨੁਕਸਾਨ ਕਰਦੀਆਂ ਨੇ, ਇਹਦੇ ਵਾਸਤੇ ਕੀ ਪ੍ਰਬੰਧ ਕੀਤੇ ਗਏ, ਸਰਕਾਰੀ ਪੱਧਰ ਤੇ ਇਹਦੀਆਂ ਸਿਰਫ ਬਿਆਨਬਾਜ਼ੀਆਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਗੁਜ਼ਰੇ ਮਈ ਮਹੀਨੇ ਦੇ ਵਿੱਚ ਵੀ ਪਾਕਿਸਤਾਨ 'ਚ ਤੂਫਾਨ ਆਏ ਸਨ, ਜਿਨ੍ਹਾਂ ਦੇ ਵਿੱਚ ਕੁੱਲ 22 ਹਲਾਕਤਾਂ ਹੋਈਆਂ ਸਨ। ਉਹ 22 ਹਲਾਕਤਾਂ ਇਹਨਾਂ 111 ਹਲਾਕਤਾਂ ਤੋਂ ਅੱਡ ਨੇ। ਪਾਕਿਸਤਾਨ ਤਹਿਰੀਕ ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਨੂੰ 5 ਅਗਸਤ ਦੇ ਵਿੱਚ ਜੇਲ੍ਹ ਦੇ ਅੰਦਰ ਕੈਦ ਹੋਇਆਂ ਜਾਂ ਬੰਦ ਹੋਇਆਂ 2 ਸਾਲ ਪੂਰੇ ਹੋ ਜਾਣਗੇ। ਹੁਣ ਇਮਰਾਨ ਖਾਨ ਨੇ ਜੇਲ੍ਹ ਦੇ ਵਿੱਚੋਂ ਆਪਣੇ ਹਾਮੀਆਂ ਨੂੰ ਆਖਿਆ ਕਿ ਉਹ 5 ਅਗਸਤ ਨੂੰ ਮੁਲਕ ਭਰ ਦੇ ਵਿੱਚ ਸੜਕਾਂ ਦੇ ਉੱਤੇ ਨਿਕਲ ਆਉਣ, ਹੁਕਮਰਾਨਾਂ ਦੇ ਖਿਲਾਫ ਇhtਜਾਜ ਕਰਨ ਔਰ ਇਹ ਜਿਹੜਾ ਜ਼ੁਲਮ ਚੱਲ ਰਿਹਾ ਆ ਉਹਦੇ ਵਾਸਤੇ ਇhtਜਾਜੀ ਲਹਿਰ ਦਾ ਹਿੱਸਾ ਬਣਨ। ਇਹ ਐਲਾਨ ਉਹਨਾਂ ਦੇ ਅਫੀਸ਼ੀਅਲ ਐਕਸ ਅਕਾਊਂਟ ਦੇ ਉੱਤੇ ਵੀ ਕੀਤਾ ਗਿਆ, ਜਿਹਦੇ 'ਚ ਇਮਰਾਨ ਖਾਨ ਦਾ ਆਖਣਾ ਸੀਗਾ ਕਿ ਹੁਣ ਹੁਕਮਰਾਨਾਂ ਦੇ ਨਾਲ ਨਾ ਉਹਨਾਂ ਦੇ ਨਾਲ ਕੋਈ ਜ਼ਾਰੀ ਗੱਲਬਾਤ ਹੋਏਗੀ ਤੇ ਨਾ ਉਹਨਾਂ ਦੇ ਨਾਲ ਕੋਈ ਲੁੱਕ ਕੇ ਗੱਲਬਾਤ ਕਰਾਂਗੇ। ਵੇਲਾ ਲੰਘ ਗਿਆ ਗੱਲਬਾਤ ਵਾਲਾ। ਹੁਣ ਹੁਕਮਰਾਨਾਂ ਨੇ ਜਿਹੜਾ ਜ਼ੁਲਮ ਮਚਾਇਆ ਆ ਉਹਦੇ ਉੱਤੇ ਉੱਠਣ ਦੀ ਲੋੜ ਹੈ। ਇਮਰਾਨ ਖਾਨ ਦੇ ਇਸ ਐਲਾਨ ਤੋਂ ਬਾਅਦ ਸੂਬਾ ਖੈਬਰ ਪਖਤੂਨਖਵਾ ਤੋਂ ਉਹਨਾਂ ਦੇ CM ਅਮੀਨ ਗੰਡਾਪੁਰ ਉਹਨਾਂ ਦੀ ਪਾਰਟੀ ਦੇ ਪ੍ਰਧਾਨ ਬੈਰਿਸਟਰ ਗੌਹਰ ਨੇ ਅਚਾਨਕ ਲਾਹੌਰ ਦੇ ਵਿੱਚ ਇੱਕ ਇਕੱਠ ਕੀਤਾ, ਜਿਹਦੇ 'ਚ ਉਹਨਾਂ ਨੇ ਆਖਿਆ ਕਿ ਅਸੀਂ 90 ਦਿਨਾਂ ਦੀ ਇਹ ਲਹਿਰ ਚਲਾਵਾਂਗੇ। ਜੇ ਤੇ ਇਸ ਲਹਿਰ ਦੇ ਵਿੱਚ ਇਮਰਾਨ ਖਾਨ ਨੂੰ ਰਿਹਾ ਕਰਨ 'ਚ ਕਾਮਯਾਬ ਰਹੇ ਤੇ ਠੀਕ ਹੈ, ਨਹੀਂ ਤੇ ਇਮਰਾਨ ਖਾਨ ਦੀ ਰਿਹਾਈ ਨਾ ਹੋਣ ਦੇ ਉੱਤੇ ਅਸੀਂ ਸਿਆਸਤ ਤੋਂ ਅਸਤੀਫਾ ਦੇ ਦਾਂਗੇ। ਜਦਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਆਪਸ ਦੇ ਵਿੱਚ ਹੀ ਫੁੱਟ ਦਾ ਸ਼ਿਕਾਰ ਨਜ਼ਰ ਆ ਰਹੀ ਹੈ। ਵਿੱਚੋਂ ਕਈ ਲੀਡਰਾਂ ਦਾ ਆਖਣਾ ਹੈ ਕਿ 90 ਦਿਨਾਂ ਦੀ ਸਲਾਹ ਕਿਹਦੇ ਨਾਲ ਕੀਤੀ ਗਈ, ਇਹ ਐਲਾਨ ਜਿਹੜਾ ਕੀਤਾ ਗਿਆ ਇਹਦੇ 'ਚ ਕਿਹਦੇ ਨਾਲ ਪੁੱਛਗਿੱਛ ਹੋਈ ਜਾਂ ਕਿਹਦੀ ਸਲਾਹ ਦੇ ਨਾਲ ਕੀਤਾ ਗਿਆ, ਸਾਨੂੰ ਇਸ ਬਾਰੇ ਕੋਈ ਪਤਾ ਨਹੀਂ। ਨਾਲ ਹੀ ਕੁਝ ਲੀਡਰਾਂ ਦਾ ਇਹ ਵੀ ਆਖਣਾ ਹੈ ਔਰ ਕਈ ਆਗੂਆਂ ਦਾ ਇਹ ਮੰਨਣਾ ਹੈ ਕਿ ਇਸ ਲਹਿਰ ਇਸ ਇhtਜਾਜ ਦੀ ਕੰਡੀਸ਼ਨ ਕੀ ਹੋਏਗੀ ਔਰ ਇਹ ਕਦੋਂ ਤੱਕ ਚੱਲੇਗੀ, ਇਹਦਾ ਐਲਾਨ ਵੀ ਆਪ ਇਮਰਾਨ ਖਾਨ ਹੁਣੇ ਹੀ ਜੇਲ੍ਹ ਚੋਂ ਕਰਨਗੇ। ਦੂਜੇ ਪਾਸੇ ਪਾਕਿਸਤਾਨ ਦੀ ਫੈਡਰਲ ਸਰਕਾਰ ਦੇ ਖਾਸ ਸਲਾਹਕਾਰ ਰਾਣਾ ਸਨਾਉल्लाह ਖਾਨ ਹੋਣਾ ਦਾ ਆਖਣਾ ਹੈ ਕਿ ਪਾਕਿਸਤਾਨ ਤਹਿਰੀਕ ਇਨਸਾਫ ਇਸ ਵੇਲੇ ਮੁਲਕ ਦੇ ਵਿੱਚ ਬਦਅਮਨੀ ਖਾਤਰ ਇਹ ਸਭ ਕੁਝ ਕਰਨ ਜਾ ਰਹੀ ਹੈ। ਯਾਦ ਰੱਖਿਆ ਜਾਏ ਕਿ ਜਿਹੋ ਜਿਹਾ ਜਵਾਬ ਪਹਿਲਾਂ ਦਿੱਤਾ ਉਹਦੇ ਤੋਂ ਤਗੜੇ ਜਵਾਬ ਵਾਸਤੇ ਤਿਆਰ ਆ। ਮੁਲਕ ਜਦੋਂ ਤਰੱਕੀ ਦੇ ਪਿੰਡ ਚੱਲਦਾ ਆ ਇਹ ਉਦੋਂ ਹੀ ਇhtਜਾਜ ਕਰਨਾ ਸ਼ੁਰੂ ਕਰ ਦਿੰਦੇ ਨੇ। ਦੂਜੇ ਪਾਸੇ ਇਮਰਾਨ ਖਾਨ ਦੇ ਬੜੇ ਲਾਗੇ ਦੇ ਜਾਣੇ ਜਾਣ ਵਾਲੇ ਜ਼ੁਲਫੀ ਬੁਖਾਰੀ ਹੋਣਾ ਨੇ ਅਮਰੀਕਾ ਦੇ ਵਿੱਚ ਇਨਸਾਨੀ ਪੱਧਰ ਦੇ ਵਾਸਤੇ ਕੰਮ ਕਰਨ ਵਾਲੀਆਂ ਤਨਜ਼ੀਮਾਂ ਦੇ ਸਾਹਮਣੇ ਇਮਰਾਨ ਖਾਨ ਦੇ ਨਾਲ ਹੋਣ ਵਾਲੇ ਜ਼ੁਲਮ, ਪਾਕਿਸਤਾਨ ਦੇ ਵਿੱਚ ਪੱਤਰਕਾਰਾਂ ਔਰ ਮੀਡੀਆ ਦੇ ਨਾਲ ਵਾਪਰਨ ਰਹੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਸਮੇਤ ਕਈ ਹੋਰ ਮਾਮਲਿਆਂ ਨੂੰ ਚੁੱਕਣ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਦੇ ਪ੍ਰੈਜ਼ੀਡੈਂਟ ਆਸਿਫ ਅਲੀ ਜ਼ਰਦਾਰੀ ਉਹਨਾਂ ਨੇ ਇੱਕ ਬਿੱਲ ਦੇ ਉੱਤੇ ਸਾਈਨ ਕਰ ਦਿੱਤੇ ਨੇ, ਜਿਹੜਾ ਹੁਣ ਕਾਨੂੰਨੀ ਸ਼ਕਲ ਦੇ ਵਿੱਚ ਲਾਗੂ ਹੋ ਗਿਆ ਹੈ। ਇਹ ਕਾਨੂੰਨੀ ਸ਼ਕਲ ਦੇ ਵਿੱਚ ਲਾਗੂ ਹੋਣ ਵਾਲਾ ਬਿੱਲ ਹੈ ਜਿਹੜਾ ਇਹ ਫਰੰਟੀਅਰ ਕਾਂਸਟੇਬਲਰੀ ਯਾਨੀ FC ਦੇ ਮਾਮਲੇ ਦੇ ਉੱਤੇ ਹੈ। FC ਦੇ ਮਾਮਲੇ ਦੇ ਉੱਤੇ ਹੋਣ ਵਾਲੇ ਇਹਨਾਂ ਦਸਤਖਤਾਂ ਤੋਂ ਬਾਅਦ ਹੁਣ ਇਹ ਫੈਡਰਲ ਕਾਂਸਟੇਬਲਰੀ ਬਣ ਗਈ ਹੈ ਔਰ ਇਹ ਬਕਾਇਦਾ ਇੱਕ ਫੋਰਸ ਹੈ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਇਸ ਤੋਂ ਪਹਿਲਾਂ ਇਹਦਾ ਦਾਇਰਾਕਾਰ ਪੂਰੇ ਮੁਲਕ ਦੇ ਵਿੱਚ ਸਿਰਫ ਉਦੋਂ ਹੁੰਦਾ ਸੀਗਾ ਜਦੋਂ ਉਹ ਸੂਬੇ ਇਹਨਾਂ ਨੂੰ ਤਲਬ ਕਰਦੇ ਸਨ, ਪਰ ਹੁਣ ਇਹਦਾ ਦਾਇਰਾ ਇਖਤਿਆਰ ਹੈ ਜਿਹੜਾ ਉਹ ਪਾਕਿਸਤਾਨ ਦੇ ਚਾਰੇ ਸੂਬਿਆਂ ਸਮੇਤ ਮੁਲਕ ਭਰ ਦੇ ਫੈਡਰਲ ਇਲਾਕੇ
ਇਲਾਕਿਆਂ 'ਚ ਔਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਿੱਚ ਵੀ ਹੋਵੇਗਾ। ਇਹ ਦਸਤਖਤ ਹੋਣ ਤੋਂ ਬਾਅਦ ਪਾਕਿਸਤਾਨ ਦੇ ਇੰਟੀਰੀਅਰ ਫੈਡਰਲ ਮਿਨਿਸਟਰ ਤਲਾਲ ਚੌਧਰੀ ਹੋਣਾ ਨੇ ਫੈਸਲਾਬਾਦ ਦੇ ਵਿੱਚ ਇੱਕ ਪ੍ਰੈਸ ਤੇ ਮੀਡੀਆ ਦਾ ਇਕੱਠ ਕੀਤਾ, ਜਿਹਦੇ 'ਚ ਉਹਨਾਂ ਦੱਸਿਆ ਕਿ ਇਹ ਪੁਲਿਸ ਫੋਰਸ ਨਹੀਂ ਹੈ ਬਲਕਿ ਇਹ ਕਾਂਸਟੇਬਲਰੀ ਸੀਗੀ ਜਿਹਨੂੰ ਫਰੰਟੀਅਰ ਤੋਂ ਫੈਡਰਲ ਕਰ ਦਿੱਤਾ ਹੈ ਔਰ ਇਹਦੇ ਸਾਰੇ ਖਰਚੇ ਹੁਣ ਪਾਕਿਸਤਾਨ ਦੀ ਫੈਡਰਲ ਸਰਕਾਰ ਚੁੱਕੇਗੀ। ਪੂਰੇ ਮੁਲਕ ਦੇ ਚਾਰੇ ਸੂਬਿਆਂ ਸਮੇਤ ਜਿੱਥੇ-ਜਿੱਥੇ ਅਮਨ ਲਾਗੂ ਕਰਨ ਔਰ ਹਾਲਾਤ ਨੂੰ ਕੰਟਰੋਲ ਕਰਨ ਦੇ ਵਿੱਚ ਲੋੜ ਹੋਏਗੀ, ਇਹ ਉੱਥੇ ਜਾਣਗੇ। ਇਸ ਫੋਰਸ ਦੇ ਵਿੱਚ ਭਰਤੀ ਪੂਰੇ ਮੁਲਕ ਦੇ ਵਿੱਚੋਂ ਕਰਾਂਗੇ ਔਰ ਇਸ ਭਰਤੀ ਦੇ ਨਾਲ ਆਪਣੇ ਸੁਣਨ ਔਰ ਦੇਖਣ ਵਾਲਿਆਂ ਨੂੰ ਦੱਸ ਜਾਈਏ ਕਿ ਤਲਾਲ ਚੌਧਰੀ ਹੋਣਾ ਦਾ ਆਖਣਾ ਸੀਗਾ ਕਿ ਸੂਬੇ ਹੀ ਇਸ ਫੋਰਸ ਨੂੰ ਇਖਤਿਆਰ ਦੇਣਗੇ ਕਿ ਉਹਨਾਂ ਨੇ ਕਾਨੂੰਨ ਲਾਗੂ ਕਰਨ ਵਾਸਤੇ ਕੀ ਕਰਨਾ ਹੈ ਔਰ ਇਸ ਫੋਰਸ ਨੂੰ ਸੂਬੇ ਹੀ ਤਲਬ ਕਰਨਗੇ ਤੇ ਉੱਥੇ ਭੇਜਿਆ ਜਾਏਗਾ। ਤਲਾਲ ਚੌਧਰੀ ਹੋਣਾ ਨੇ ਇਹਨਾਂ ਗੱਲਾਂ ਨੂੰ ਰੱਦ ਕਰ ਦਿੱਤਾ ਹੈ ਕਿ ਇਮਰਾਨ ਖਾਨ ਵੱਲੋਂ ਸ਼ੁਰੂ ਹੋਣ ਵਾਲੀ ਇਤਜਾਜੀ ਲਹਿਰ ਆ ਜਿਹੜੀ ਉਹਨੂੰ ਰੋਕਣ ਵਾਸਤੇ ਫਰੰਟੀਅਰ ਕਾਂਸਟੇਬਲਰੀ ਨੂੰ ਫੈਡਰਲ ਕਾਂਸਟੇਬਲਰੀ ਦਾ ਰੂਪ ਦੇ ਕੇ ਇਹਨਾਂ ਦੇ ਕੋਲੋਂ ਕੰਮ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਆਖਿਆ ਕਿ ਅਸੀਂ ਇਹਨੂੰ ਸਿਆਸਤ ਵਾਸਤੇ ਨਹੀਂ ਬਲਕਿ ਮੁਲਕ ਦੇ ਭਲੇ ਔਰ ਕਾਨੂੰਨ ਨੂੰ ਲਾਗੂ ਕਰਨ ਵਾਸਤੇ ਬਣਾ ਰਹੇ ਹਾਂ। ਪਾਕਿਸਤਾਨ ਦੇ ਪੰਜਵੀਂ ਸੂਬੇ ਬਲੋਚਿਸਤਾਨ ਦੇ ਵਿੱਚ ਪਹਿਲਾਂ ਹੀ ਐਲਾਨ ਕੀਤਾ ਗਿਆ ਸੀਗਾ ਕਿ ਐਸੇ ਲੋਕ ਜਿਹੜੇ ਅਤਗਰਦਾਂ ਵੱਲੋਂ ਮਾਰ ਕੁਟਾਈ, ਆਗਾਂ ਲਾਉਣ, ਤੋੜ ਭੰਨ ਕਰਨ ਔਰ ਬੈਂਕ ਲੁੱਟਣ ਸਮੇਤ ਬਾਕੀ ਸਾਰੀਆਂ ਅਤਗਰਦੀ ਦੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਕਰਦੇ ਹੋਏ ਆ ਉਹਨਾਂ ਨਾਲ ਸੈਲਫੀਆਂ ਬਣਾਉਂਦੇ ਨੇ ਜਾਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਨੇ ਤੇ ਐਸੇ ਲੋਕਾਂ ਦੇ ਖਿਲਾਫ ਕਾਰਵਾਈ ਹੋਏਗੀ। ਹੁਣ ਬਲੋਚਿਸਤਾਨ ਦੀ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰਨ ਜਾ ਰਹੇ ਹਾਂ। ਜੇ ਕੋਈ ਬੰਦਾ ਇਹੋ ਜਿਹੇ ਅਤਗਰਦ ਲੜਾਕੂਆਂ ਦੀਆਂ ਕਾਰਵਾਈਆਂ ਦੇ ਵਿੱਚ ਉਹਨਾਂ ਦੀ ਵੀਡੀਓਜ਼ ਬਣਾ ਕੇ ਅਪਲੋਡ ਕਰਦਾ ਹੈ, ਉਹਨਾਂ ਨਾਲ ਤਸਵੀਰਾਂ ਬਣਾਉਂਦਾ ਹੈ ਔਰ ਉਹ ਅਪਲੋਡ ਕਰਦਾ ਹੈ ਤੇ ਅਸੀਂ ਉਹਨੂੰ ਵੀ ਉਹਨਾਂ ਦਾ ਹਾਮੀ ਸਮਝਾਂਗੇ ਔਰ ਉਹਦੇ ਖਿਲਾਫ ਹੀ ਹਿੱਸੇਦਾਰ ਹੋਣ ਦਾ ਜਾਂ ਉਹਨਾਂ ਦੀ ਕਾਰਵਾਈ ਦਾ ਹਿੱਸਾ ਹੋਣ ਦਾ ਬਕਾਇਦਾ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਏਗੀ। ਸੀਟੀਡੀ ਬਲੋਚਿਸਤਾਨ ਦੇ ਇੱਕ ਜ਼ਿੰਮੇਦਾਰ ਨੇ ਨਾ ਦੱਸਣ ਦੀ ਸ਼ਰਤ ਦੇ ਉੱਤੇ ਦੱਸਿਆ ਹੈ ਕਿ ਇਹ ਕੰਮ ਇਸ ਕਰਕੇ ਕੀਤਾ ਜਾ ਰਿਹਾ ਕਿ ਪਿਛਲੇ ਕੁਝ ਚਿਰ ਤੋਂ ਬਲੋਚਿਸਤਾਨ ਦੇ ਵਿੱਚ ਪਈਆਂ ਫਿਰਦੀਆਂ ਅਤਗਰ ਤਨਜ਼ੀਮਾਂ ਔਰ ਉਹਨਾਂ ਦੇ ਕਰਿੰਦੇ ਨੇ ਜਿਹੜੇ ਉਹ ਸੜਕਾਂ ਦੇ ਉੱਤੇ ਨਾਕਾ ਲਾਉਂਦੇ ਨੇ, ਆਸੇ-ਪਾਸੇ ਦੀ ਟ੍ਰੈਫਿਕ ਰੋਕਦੇ ਨੇ ਔਰ ਉੱਥੇ ਤੋੜ ਭੰਨ ਔਰ ਫਾਇਰਿੰਗ ਕਰਨ ਸਮੇਤ ਬੈਂਕਾਂ ਨੂੰ ਲੁੱਟਿਆ ਜਾਂਦਾ ਹੈ, ਸਰਕਾਰੀ ਦਫ਼ਤਰਾਂ ਨੂੰ ਅੱਗਾਂ ਲਾ ਦਿੱਤੀਆਂ ਜਾਂਦੀਆਂ ਔਰ ਉਸ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਜਾਂਦੇ ਨੇ। ਉਹਨਾਂ ਦੀ ਫਰਾਰੀ ਤੱਕ ਇਹ ਸਾਰੇ ਮਾਮਲੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੇ ਜਾਂਦੇ ਨੇ ਔਰ ਉਹਨਾਂ ਦੀ ਹਮਾਇਤ ਕੀਤੀ ਜਾਂਦੀ ਹੈ। ਇਸ ਕਰਕੇ ਇਸ ਕਾਰਵਾਈ ਨੂੰ ਹੁਣ ਸ਼ੁਰੂ ਕਰ ਦਿੱਤਾ ਗਿਆ ਹੈ ਔਰ ਜੋ ਸਾਡੇ ਹੱਥੇ ਚੜੇਗਾ ਉਹਦੇ ਖਿਲਾਫ ਕਾਨੂੰਨ ਦੇ ਮੁਤਾਬਕ ਨਿਭੜਾਂਗੇ। ਪਾਕਿਸਤਾਨ ਦੀ ਸਰਕਾਰ ਨੇ ਖੰਡ ਵਾਧੂ ਹੋਣ ਕਾਰਨ ਜਨਵਰੀ-ਫਰਵਰੀ ਦੇ ਮਹੀਨੇ ਦੇ ਵਿੱਚ ਉਹਨੂੰ ਐਕਸਪੋਰਟ ਕਰਨ ਦੀ ਇਜਾਜ਼ਤ ਦੇ ਦਿੱਤੀ ਸੀਗੀ। ਪਾਕਿਸਤਾਨੀ ਸਰਕਾਰ ਵੱਲੋਂ ਇਜਾਜ਼ਤ ਲੱਭਣ ਤੋਂ ਬਾਅਦ ਮੁਲਕ ਦੇ ਵਿੱਚੋਂ 7 ਲੱਖ ਟਨ ਖੰਡ ਦੂਜੇ ਮੁਲਕਾਂ ਦੇ ਵਿੱਚ ਭੇਜੀ ਗਈ ਔਰ ਆਖਿਆ ਗਿਆ ਕਿ ਇਸ ਵੇਲੇ ਸਾਡੇ ਗੋਦਾਮਾਂ ਦੇ ਵਿੱਚ ਖੰਡ ਚੋਖੀ ਭਰੀ ਪਈ ਹੈ। ਪਰ ਇਹ ਖੰਡ ਐਕਸਪੋਰਟ ਕਰਨ ਤੋਂ ਬਾਅਦ ਮੁਲਕ ਭਰ ਦੇ ਵਿੱਚ ਖੰਡ ਦਾ ਕਾਲ ਪੈ ਗਿਆ ਔਰ ਉਸ ਤੋਂ ਬਾਅਦ ਇਹਦਾ ਮੁੱਲ ਤਾਂ ਜਾਣ ਡਿਆ ਪਿਆ। ਮੁੱਲ ਇੰਨਾ ਵਧਿਆ ਕਿ ਅੱਜ ਤੋਂ 2 ਦਿਨ ਪਹਿਲਾਂ ਪਾਕਿਸਤਾਨ ਭਰ ਦੇ ਵਿੱਚ ਖੰਡ ਦਾ 1 ਕਿਲੋ ਮਗਰ ਮੁੱਲ 200 ਰੁਪਏ ਤੱਕ ਕੱਪੜ ਗਿਆ, ਜਿਹਦੇ ਬਾਅਦ ਪਾਕਿਸਤਾਨੀ ਦੀ ਫੈਡਰਲ ਸਰਕਾਰ ਔਰ ਖੰਡ ਮਿਲਾਂ ਦੇ ਜਿਹੜੇ ਮਾਲਕਾਨ ਔਰ ਜ਼ਿੰਮੇਦਾਰ ਨੇ ਉਹਨਾਂ ਵਿਚਕਾਰ ਗੱਲਬਾਤ ਹੋਈ ਹੈ ਜੋ ਸਮਝੌਤੇ ਦਾ ਰੂਪ ਧਾਰ ਗਈ ਹੈ। ਪਾਕਿਸਤਾਨ ਦੀ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਆਉਂਦੇ ਸੀਜ਼ਨ ਤੋਂ ਐਕਸ ਮਿਲ ਖੰਡ ਦਾ ਰੇਟ ਹੈ ਜਿਹੜਾ ਇਹ 165 ਰੁਪਏ ਕਿਲੋ ਹੈ। ਯਾਦ ਰਵੇ ਕਿ ਪਿਛਲੇ ਸਾਲ ਇਸੇ ਸੀਜ਼ਨ ਦੇ ਵਿੱਚ ਇਹ ਮੁੱਲ ਹੈ ਜਿਹੜਾ ਉਹ 145 ਰੁਪਏ ਕਿਲੋ ਸੀਗਾ, ਜਿਹੜਾ ਕਿ ਹੁਣ 20 ਰੁਪਏ ਕਿਲੋ ਹੋਰ ਵਧਾ ਦਿੱਤਾ ਗਿਆ ਹੈ। ਆਪਣੇ ਸੁਣਨ ਔਰ ਦੇਖਣ ਵਾਲਿਆਂ ਨੂੰ ਦੱਸ ਜਾਈਏ ਕਿ ਇਹਦੇ ਨਾਲ ਹੀ ਪਾਕਿਸਤਾਨ ਦੀ ਫੈਡਰਲ ਸਰਕਾਰ ਨੇ 5 ਲੱਖ ਟਨ ਖੰਡ ਇੰਪੋਰਟ ਕਰਨ ਦੀ ਵੀ ਇਜਾਜ਼ਤ ਦੇ ਦਿੱਤੀ ਹੈ। ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਜੂਨ ਤੋਂ ਲੈ ਕੇ ਅਕਤੂਬਰ ਤੱਕ ਪਾਕਿਸਤਾਨ ਦੇ ਵਿੱਚ 7 ਲੱਖ ਟਨ ਖੰਡ ਦੂਜੇ ਮੁਲਕਾਂ ਤੋਂ ਪਾਕਿਸਤਾਨ ਮੰਗਵਾਈ ਗਈ ਸੀਗੀ। ਲੋ ਜੀ, ਅੱਜ ਤੱਕ ਲਈ ਅਪਡੇਟ ਪਾਕਿਸਤਾਨ 'ਚ ਇੰਨਾ ਹੀ। ਮੈਨੂੰ ਮਸੂਦ ਮਲੀ ਨੂੰ ਪੰਜਾਬੀ ਰੇਡੀਓ USA ਦੇ ਫ੍ਰੈਸਟੋ ਕੈਲੀਫੋਰਨੀਆ ਸਟੂਡੀਓਜ਼ ਤੋਂ ਇਜਾਜ਼ਤ ਦਿਓ। ਪਰ ਜਾਣ ਤੋਂ ਪਹਿਲਾਂ ਦੱਸ ਜਾਈਏ ਕਿ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਨੇ। ਸਾਡੀਆਂ ਇਹਨਾਂ ਖਬਰਾਂ ਨੂੰ ਵੇਖਣ ਔਰ ਸੁਣਨ ਵਾਸਤੇ ਸਾਡੇ ਇਹਨਾਂ ਸਾਰੇ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚ ਸਕਣ। ਅੱਜ ਤੱਕ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ। ਉਹਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ ਰੱਬ ਰਾਖਾ।